Good morning, Rajat. This is today's topic. ठीक है. I hope you people have done with the numericals of quantum numbers. ठीक है, तो quantum numbers ਦੇ numericals ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਕੰਪਲੀਟ ਕਰ ਲਏ ਹੋਣਗੇ. ਦੈਨ ਨੈਕਸਟ ਹੈਗਾ ਹੁਣ ਆਪਣੇ ਕੋਲੇ ਕਿ ਕੁਆਂਟਮ ਨੰਬਰਸ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਸ਼ਾਰਟ ਟਰਮਸ ਦੇ ਵਿੱਚ ਯੂਜ਼ ਕਰ ਸਕਦੇ ਹੋ. ਠੀਕ ਹੈ, ਸ਼ਾਰਟ ਫਾਰਮੂਲਾਜ਼ ਨੇ ਜਿਹੜੇ ਤੁਸੀਂ ਯਾਦ ਰੱਖਣੇ ਆ, ਇੰਪੋਰਟੈਂਟ ਨੇ. ਠੀਕ ਹੈ, ਲਾਈਕ ਨੰਬਰ ਆਫ ਸਬ ਸ਼ੈਲ ਕਿੰਨੇ ਹੁੰਦੇ, ਵੈਸੇ ਤਾਂ ਮੈਂ ਤੁਹਾਨੂੰ ਵਿੱਚ ਦੱਸਿਆ ਸੀ, ਬਟ ਹੇਅਰ ਇਜ਼ ਦਾ ਸਮਰੀ ਕਾइंड ऑफ. ठीक है, number of subshell in a shell equal to value of n. like if n equal to 1 ਤਾਂ ਉਹਦੇ 'ਚ number of subshell ਆਪਾਂ ਨੂੰ ਪਤਾ 1 ਹੋਊਗਾ. if n equal to 2 ਤਾਂ number of subshells ਵੀ ਕਿੰਨੇ ਹੋਣਗੇ, 2 ਹੋਣਗੇ. ਠੀਕ ਹੈ, you don't need to count how many it would be there or something else, just write the value of n, whatever the value of n is. ठीक है, next number of orbitals in the subshell. एक सबशैल ਦੇ ਵਿੱਚ ਕਿੰਨੇ ਨੰਬਰ ਆਫ ऑर्बिटल्स ਨੇ, दिस इज़ द वैल्यू ऑफ m 2l+1 2l+1. ਨੈਕਸਟ ਆ ਗਿਆ ਨੰਬਰ ਆਫ ਇਲੈਕਟ੍ਰੋਨਸ ਇਨ ਦਾ सबशैल. ਇੱਕ ऑर्बिटल 'ਚ 2 ਇਲੈਕਟ੍ਰੋਨ ਹੁੰਦੇ ਆ ਤਾਂ 2l+1 ऑर्बिटल्स ਦੇ ਵਿੱਚ ਕਿੰਨੇ ਹੋਣਗੇ, 2 × 2l+1. ਨੰਬਰ ਆਫ ऑर्बिटल्स ਇਨ ਅ ਸ਼ੈਲ. ਹੁਣ ਸ਼ੈਲ सबशैल ਮੀਨਸ l ਦੀ ਵੈਲਿਊ, ਸ਼ੈਲ ਮੀਨਸ n ਦੀ ਵੈਲਿਊ. कि n ਦੀ ਵੈਲਿਊ ਗਿਵਨ ਹੋਵੇ, ਮੰਨ ਲਓ ਤੁਹਾਨੂੰ n = 3 ਦਿੱਤਾ ਹੋਵੇ, ਤੁਹਾਨੂੰ ਪੁੱਛਿਆ ਇਹਦੇ 'ਚ ਨੰਬਰ ਆਫ ऑर्बिटल ਕਿੰਨੇ ਆ, ਤਾਂ ਪਹਿਲਾਂ ਤੁਸੀਂ ਕੀ ਕੈਲਕੂਲੇਟ ਕਰੋਗੇ, l ਕੈਲਕੂਲੇਟ ਕਰੋਗੇ, ਫਿਰ m. ਉਹ ਬਹੁਤ ਲੰਬਾ ਪ੍ਰੋਸੀਜਰ ਹੋ ਜਾਏਗਾ. ਸੋ ਹੇਅਰ ਇਜ਼ ਦ ਸ਼ਾਰਟ ਫਾਰਮ that you can calculate the number of orbitals in the shell, n². ਨੰਬਰ ਆਫ ਇਲੈਕਟ੍ਰੋਨਸ ਫਿਰ ਕਿੰਨੇ ਹੋ ਜਾਣਗੇ, 2n², ਕਿਉਂਕਿ ਇੱਕ ऑर्बिटल 'ਚ 2 ਇਲੈਕਟ੍ਰੋਨਸ ਨੇ ਤਾਂ n² 'ਚ ਕਿੰਨੇ ਹੋਣਗੇ, 2 × n². ਠੀਕ ਹੈ, these are the short formulas. and next is the ਬਾਉਂਡਰੀ ਸਰਫੇਸ ਡਾਇਗਰਾਮ. ਨੈਕਸਟ ਟੋਪਿਕ ਹੈ ਜਿਹਦੇ ਵਿੱਚ ਆਪਾਂ ਰੇਡੀਅਲ ਵੇਵ ਫੰਕਸ਼ਨ ਅਤੇ ਪ੍ਰੋਬੇਬਿਲਿਟੀ ਡੈਂਸਿਟੀ ਗ੍ਰਾਫਸ ਨਹੀਂ ਕਰ ਰਹੇ ਹੈਗੇ, ਆਪਾਂ ਕਰ ਰਹੇ ਹੈਗੇ ਆ ਬਾਉਂਡਰੀ ਸਰਫੇਸ ਡਾਇਗਰਾਮਸ ਔਰ ਸ਼ੇਪਸ ਆਫ ऑर्बिटल्स. ਠੀਕ ਹੈ, ਕੀ ਕਰ ਰਹੇ ਹਾਂ ਆਪਾਂ, ਬਾਉਂਡਰੀ ਸਰਫੇਸ ਡਾਇਗਰਾਮਸ ਔਰ ਸ਼ੇਪਸ ਆਫ ऑर्बिटल्स. ਠੀਕ ਹੈ, ਸ਼ੇਪਸ ਆਫ ऑर्बिटल ਆਪਾਂ ਪੜ੍ਹ ਚੁੱਕੇ ਹਾਂ. ਇਟ ਇਜ਼ ਦ ਏਰੀਆ ਅਰਾਊਂਡ ਦਾ ਨਿਊਕਲੀਅਸ ਵੇਅਰ ਇਲੈਕਟ੍ਰੋਨ ਫਾਈਂਡਿੰਗ ਪ੍ਰੋਬੇਬਿਲਿਟੀ ਇਜ਼ ਮੈਕਸੀਮਮ. ਜਿੱਥੇ ਇਲੈਕਟ੍ਰੋਨ ਦੇ ਹੋਣ ਦੀ ਪ੍ਰੋਬੇਬਿਲਿਟੀ ਕੀ ਆਪਣੇ ਕੋਲੇ ਮੈਕਸੀਮਮ ਹੈ. ਔਰ ਤੁਸੀਂ ऑर्बिट ਅਤੇ ऑर्बिटल ਦੇ ਡਿਫਰੈਂਸ ਵੀ ਪੜ੍ਹਿਆ ਸੀ ਕਿ ऑर्बिटल ਹੈਵ ਡਿਫਰੈਂਟ ਸ਼ੇਪਸ. ਸਾਰੇ ऑर्बिटल ਦੀਆਂ ਸ਼ੇਪਸ ਕੀ ਨੇ, ਡਿਫਰੈਂਟ ਨੇ. ਅਤੇ ਜਿਹੜੀ ऑर्बिट ਆ ਉਹ ਸਾਰੇ ਸਰਕੂਲਰ ਹੁੰਦੇ ਆ, ਹੈ ਨਾ. ਤਾਂ ਹੇਅਰ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦਾ ਡਿਫਰੈਂਟ ਸ਼ੇਪਸ ਆਫ ਦਾ ਡਿਫਰੈਂਟ ऑर्बिटल्स. ਠੀਕ ਹੈ, ਸੋ ਫਸਟ ਇਜ਼ s ऑर्बिटल. ਫਸਟ ਕੀ ਆਪਣੇ ਕੋਲੇ s ऑर्बिटल ਹੈ. ਫॉर s l = 0. ਅਤੇ ਇਹਦੀ ਸ਼ੇਪ ਕੀ ਹੁੰਦੀ ਹੈ ਆਪਣੇ ਕੋਲੇ, ਸਫੈਰੀਕਲ, ਜਿਵੇਂ ਬॉल ਹੁੰਦੀ ਆ, ਉਹ ਆਪਣੇ ਕੋਲੇ s ऑर्बिटल ਦੀ ਸ਼ੇਪ ਹੈ. ਐਂਡ ਇਟ ਇਜ਼ ਨੋਨ ਡਾਇਰੈਕਸ਼ਨਲ. ਠੀਕ ਹੈ, ਇਹਦੀ ਕੋਈ ਡਾਇਰੈਕਸ਼ਨ ਨਹੀਂ ਹੈ, ਕਿਸੇ ਐਕਸਿਸ ਦੇ ਅਰਾਊਂਡ ਨਹੀਂ ਹੈਗਾ ਇਹ. ਠੀਕ ਹੈ, ਇਹ ਪਲੇਨ ਦੇ ਵਿੱਚ ਹੀ ਹੈ, ਸਰਫੇਸ ਹੈ ਜਿਹੜਾ, ਤਾਂ ਇਹ ਨੋਨ ਡਾਇਰੈਕਸ਼ਨਲ ਹੈ. ਠੀਕ ਹੈ, ਆਪਾਂ ਇਹ ਨਹੀਂ ਕਹਿ ਸਕਦੇ ਇਹ x ਐਕਸਿਸ ਵਾਲੀ ਡਾਇਰੈਕਸ਼ਨ ਹੈ, ਇਹਦੀ y ਐਕਸਿਸ ਵਾਲੀ ਹੈ ਜਾਂ z ਐਕਸਿਸ ਵਾਲੀ ਹੈ. ਸੋ ਇਟ ਇਜ਼ ਨੋਨ ਡਾਇਰੈਕਸ਼ਨਲ. ਠੀਕ ਹੈ, ਦੈਨ ਸਫੈਰੀਕਲੀ ਸਿਮੈਟਰੀਕਲ ਹੈ. ਸਫੈਰੀਕਲੀ ਸਿਮੈਟਰੀਕਲ ਦਾ ਮਤਲਬ ਕੀ ਹੈ ਕਿ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਇਲੈਕਟ੍ਰੋਨ ਫਾਈਂਡਿੰਗ ਪ੍ਰੋਬੇਬਿਲਿਟੀ ਇਜ਼ ਸੇਮ. ਠੀਕ ਹੈ, ਇਲੈਕਟ੍ਰੋਨ ਦੇ ਹੋਣ ਦੀ ਪ੍ਰੋਬੇਬਿਲਿਟੀ ਕੀ ਹੈ, ਸੇਮ ਹੈ. ਤਾਂ ਹੁਣ ਜੇ ਤੁਸੀਂ ਆਪਣਾ ਇਹਦੇ ਵਿੱਚ ਹੈਗਾ ਕਿ ਡਰੋ ਕਰਨਾ ਹੈ, ਤੁਸੀਂ ਆ ਨਿਊਕਲੀਅਸ ਹੈ, ਨਿਊਕਲੀਅਸ ਦੇ ਅਰਾਊਂਡ ਆਪਾਂ ਏਰੀਆ ਡਰੋ ਕਰਤਾ, ਇਹ ਆ ਗਿਆ ਆਪਣੇ ਕੋਲੇ ऑर्बिटल ਐਂਡ ਇਟ ਇਜ਼ 1s. ਫਿਰ ਇੰਨੀ ਕੁ ਸਰਫੇਸ ਛੱਡ ਕੇ ਅੱਗੇ ਆਪਣੇ ਕੋਲੇ ਆ ਗਿਆ 2s. ਠੀਕ ਹੈ, 2s ਦਾ ਏਰੀਆ ਆ ਗਿਆ. ਜਿਹੜਾ ਆ 1s ਆ ਅਤੇ ਇੱਥੇ 2s ਹੈ, ਇਹਨਾਂ ਦੇ ਵਿੱਚ ਗੈਪ ਹੈ. ਜਿਹੜਾ ਗੈਪ ਨੂੰ ਆਪਾਂ ਕੀ ਕਹਿੰਦੇ ਹਾਂ, ਨੋਡਲ ਪਲੇਨ. ਕੀ ਕਹਿੰਦੇ ਹਾਂ, ਨੋਡਲ ਪਲੇਨ. ਨੋਡਲ ਪਲੇਨ ਕਿਹੜੀ ਜਗ੍ਹਾ ਹੁੰਦੀ ਹੈ, ਨੋਡਲ ਸਰਫੇਸ ਕਿਹੜੀ ਜਗ੍ਹਾ ਹੁੰਦੀ ਹੈ, ਵੇਅਰ ਇਲੈਕਟ੍ਰੋਨ ਫਾਈਂਡਿੰਗ ਪ੍ਰੋਬੇਬਿਲਿਟੀ ਇਜ਼ 0, ਜਸਟ ਰਿਵਰਸ ਟੂ ਦਾ ऑर्बिटल. ऑर्बिटल 'ਚ ਇਲੈਕਟ੍ਰੋਨ ਫਾਈਂਡਿੰਗ ਪ੍ਰੋਬੇਬਿਲਿਟੀ ਆਪਣੇ ਕੋਲੇ ਕੀ ਹੈ, ਮੈਕਸੀਮਮ ਹੈ. ਠੀਕ ਹੈ, ਅਤੇ ਇੱਥੇ ਆਪਣੇ ਕੋਲ ਇਲੈਕਟ੍ਰੋਨ ਫਾਈਂਡਿੰਗ ਪ੍ਰੋਬੇਬਿਲਿਟੀ ਕੀ ਹੈ, 0 ਹੈ. ਠੀਕ ਹੈ, 0 ਹੁੰਦੀ ਹੈ. ਹੁਣ ਜਿਹੜੇ ਨੰਬਰ ਆਫ ਨੋਡਲ ਸਰਫੇਸ ਨੇ s सबशेल ਵਾਸਤੇ ਉਹ ਕਿੰਨੇ ਨੇ, n-1 ਹੈ. ਔਰ ਜਿਵੇਂ ਜਿਵੇਂ n ਇਨਕਰੀਜ਼ ਕਰਦਾ ਹੈਗਾ ਆਪਣੇ ਕੋਲੇ ਵੋਲਿਊਮ ਵੀ ਇਨਕਰੀਜ਼ ਕਰਦਾ. ਮੀਨਸ 1s ਦਾ ਸਾਈਜ਼ ਘੱਟ ਹੈ, 2s ਦਾ ਸਾਈਜ਼ ਜ਼ਿਆਦਾ ਹੈ, ਅਤੇ ਉਸ ਤੋਂ ਬਾਅਦ 3s ਦਾ ਜ਼ਿਆਦਾ ਹੈ, 4s ਦਾ ਸਾਈਜ਼ ਜ਼ਿਆਦਾ. ਮੀਨਸ ਸਾਈਜ਼ ਇਨਕਰੀਜ਼ ਹੋ ਰਿਹਾ ਜਿਵੇਂ ਜਿਵੇਂ n ਦੀ ਵੈਲਿਊ ਇਨਕਰੀਜ਼ ਹੋ ਰਹੀ ਹੈ. ਅਤੇ ਇਹ ਨੰਬਰ ਆਫ ਨੋਡਲ ਪਲੇਨਸ ਨੇ. ਠੀਕ ਹੈ, s ऑर्बिटल ਦੇ ਵਿੱਚ. ਠੀਕ ਹੈ, ਇਹ ਪਿਕਚਰਾਈਜ਼ ਕਰਕੇ ਦਿੱਤਾ ਕਿ ਸਾਈਜ਼ ਕਿਵੇਂ ਇਨਕਰੀਜ਼ ਹੋ ਰਿਹਾ. ਹੁਣ 1s ਦੇ ਵਿੱਚ 0 ਨੋਡਲ ਪਲੇਨ ਹੋਏਗਾ, 2s ਦੇ ਵਿੱਚ 1 ਆ ਗਿਆ, 3s ਦੇ ਵਿੱਚ 2 ਆ ਜਾਣਗੇ. ਠੀਕ ਹੈ,
ਨੈਕਸਟ ਇਜ਼ ਸ਼ੇਪ ਆਫ ਪੀ ਔਰਬਿਟਲਸ। ਪੀ ਲਈ L ਇਕੁਅਲ ਟੂ 1, L 1 ਹੈ ਤਾਂ M ਦੀ ਵੈਲਿਊ -1, 0, +1 ਅਤੇ M ਦੀਆਂ ਵੈਲਿਊਜ਼ ਆਪਾਂ ਨੂੰ ਕੀ ਦੱਸਦੀਆਂ, ਨੰਬਰ ਆਫ ਔਰਬਿਟਲਸ। ਦਿਸ ਵੀ ਹੈਵ ਡਿਸਕਸਡ ਇਨ ਕੁਆਂਟਮ ਨੰਬਰਸ। ਸੋ there are 3 values of M, so that means there are 3 orbitals in the p subshell. How many orbitals are there? 3 orbitals in the p subshell. So it can accommodate maximum 6 electron, क्योंकि एक orbital 'ਚ 2 electron ਹੁੰਦੇ ਆ ਤਾਂ ਤਿੰਨਾਂ 'ਚ ਕਿੰਨੇ ਹੋਣਗੇ, 6 ਹੋਣਗੇ। Got it? ਔਰ 3 orbital ਆ ਜਿਹੜੇ ਉਹਨਾਂ ਦੇ ਨੇਮ ਕੀ ਨੇ, px, py, pz, ਅਤੇ ਇਹ ਡਿਪੈਂਡ ਕਰਦਾ ਉਹਨਾਂ ਦੀ ਓਰੀਐਂਟੇਸ਼ਨ 'ਤੇ। ਓਰੀਐਂਟੇਸ਼ਨ ਮੀਨਸ ਉਹਨਾਂ ਨੇ ਆਪਦੇ ਆਪ ਨੂੰ ਸਪੇਸ ਦੇ ਵਿੱਚ ਕਿਵੇਂ ਅਰੇਂਜ ਕੀਤਾ ਹੋਇਆ। ਅਤੇ ਉਸ ਤੋਂ ਬਾਅਦ ਇਹਨਾਂ ਦੀ ਸ਼ੇਪ ਕਿਹੜੀ ਹੈ, ਡੰਬਲ, ਔਰ ਇਹ ਡਾਇਰੈਕਸ਼ਨਲ ਨੇ। ਠੀਕ ਹੈ, ਇਹ ਡਾਇਰੈਕਸ਼ਨਲ ਨੇ ਕਿਉਂਕਿ ਇਹਨਾਂ ਦੇ ਅਲੱਗ ਆ, ਪੀ ਐਕਸ ਦੀ ਸ਼ੇਪ ਅਲੱਗ ਹੋਊਗੀ, ਪੀ ਵਾਈ ਦੀ ਡਾਇਰੈਕਸ਼ਨ ਅਲੱਗ ਹੋਊਗੀ, ਪੀ ਜ਼ੈਡ ਦੀ ਡਾਇਰੈਕਸ਼ਨ ਅਲੱਗ ਹੋਊਗੀ। ਆਪਾਂ ਇਹਨਾਂ ਦੀਆਂ ਡਾਇਰੈਕਸ਼ਨਸ ਮਿਕਸ ਨਹੀਂ ਕਰ ਸਕਦੇਗੇ। ਠੀਕ ਹੈ, ਜਿਹੜੀ ਪੀ ਐਕਸ ਦੀ ਉਹ ਪੀ ਐਕਸ ਦੀ ਰਹੂਗੀ, ਜਿਹੜੀ ਪੀ ਵਾਈ ਦੀ ਉਹ ਪੀ ਵਾਈ ਦੀ ਰਹੂਗੀ। ਤਾਂ ਡੰਬ ਬੈਲ ਸ਼ੇਪ। ਠੀਕ ਹੈ, ਇੰਪੋਰਟੈਂਟ ਹੈ, ਯਾਦ ਰੱਖਣਾ। ਹੁਣ ਦੇਖੋ ਪਹਿਲਾਂ ਪੀ ਐਕਸ ਡਰੋ ਕਰਦੇ ਹਾਂ ਆਪਾਂ। ਪੀ ਐਕਸ ਦਾ ਕੀ ਮਤਲਬ ਹੈ ਕਿ ਇਹਦੀਆਂ ਜਿਹੜੀਆਂ ਲੋਬਸ ਨੇ, ਠੀਕ ਹੈ, ਔਰਬਿਟਲ ਦੀਆਂ ਲੋਬਸ ਨੇ, ਉਹ ਐਕਸ ਐਕਸਿਸ ਦੇ ਅਰਾਊਂਡ ਹੋਣਗੀਆਂ। ਪੀ ਐਕਸ ਦਾ ਮਤਲਬ ਕਿ ਐਕਸ ਐਕਸਿਸ ਦੇ ਅਰਾਊਂਡ ਹੋਊਗਾ, ਇਹਦੀ ਡਾਇਰੈਕਸ਼ਨ ਐਕਸ ਐਕਸਿਸ ਦੇ ਅਰਾਊਂਡ ਹੋਊਗੀ। ਤਾਂ ਆ ਇਹਦੀਆਂ ਲੋਬਸ ਨੇ, ਇਹਨਾਂ ਨੂੰ ਇਸ ਤਰ੍ਹਾਂ ਡਰੋ ਕਰਨਾ। ਠੀਕ ਹੈ, ਇਹ ਲੋਬਸ ਨੇ, ਇਹ ਲੋਬਸ ਦੋਨੋਂ ਸੇਮ ਸਾਈਜ਼ ਦੀਆਂ ਹੁੰਦੀਆਂ। ਉੱਪਰ ਨੀਚੇ ਵੀ ਇਹਨਾਂ ਦਾ ਏਰੀਆ ਜਿੰਨਾ ਉੱਪਰ ਐਕਸਿਸ ਦੇ ਉਨਾ ਹੀ ਨੀਚੇ ਹੁੰਦਾ। ਠੀਕ ਹੈ, ਡਰੋ ਕਰਨ 'ਚ ਆਪਣੇ ਥੋੜ੍ਹੀ ਮਿਸਟੇਕ ਹੋ ਜਾਂਦੀ ਹੈ, ਅਦਰਵਾਈਜ਼ ਇਸ ਤਰ੍ਹਾਂ ਹੀ ਹੁੰਦਾ, ਸਿਮੈਟਰੀਕਲ ਹੁੰਦੀਆਂ। ਇਹਨਾਂ ਲੋਬਸ ਦੇ ਵਿੱਚ ਇਲੈਕਟ੍ਰੋਨ ਦੇ ਹੋਣ ਦੀ ਪ੍ਰੋਬੇਬਿਲਿਟੀ ਮੈਕਸੀਮਮ ਹੁੰਦੀ ਹੈ। ਠੀਕ ਹੈ, ਫਿਰ ਆ ਗਿਆ ਪੀ ਵਾਈ। ਵਾਈ ਮੀਨਸ ਇਹ ਕਿਹੜੀ ਐਕਸਿਸ ਦੇ ਅਲੋਂਗ ਹੈ, ਵਾਈ ਐਕਸਿਸ ਦੇ ਅਲੋਂਗ ਹੈ। ਤਾਂ ਆਪਾਂ ਐਕਸਿਸ ਤਿੰਨੋਂ ਡਰੋ ਕਰ ਲਈਆਂ। ਫਿਰ ਇਹਦੀਆਂ ਲੋਬਸ ਆ ਜਿਹੜੀਆਂ ਉਹ ਕਿਹੜੀ ਐਕਸਿਸ ਦੇ ਅਰਾਊਂਡ ਡਰੋ ਕਰਦੀਆਂ, ਵਾਈ ਦੇ। ਅਤੇ ਇਹ ਡੰਬਲ ਦੇਖੇ ਹੋਣਗੇ ਜਿਨ੍ਹਾਂ ਨੇ, ਦੇਖੋ ਡੰਬਲਸ ਦੀ ਸ਼ੇਪ ਹੈਗੀ ਇਹਨਾਂ ਦੀ। ਠੀਕ ਹੈ, ਦੈਨ ਪੀ ਜ਼ੈਡ ਹੈ, ਸਿਮਿਲਰ ਵਿੱਚ ਐਕਸ ਐਕਸਿਸ, ਵਾਈ ਐਕਸਿਸ ਅਤੇ ਜ਼ੈਡ ਐਕਸਿਸ ਆ ਗਈ ਇੱਧਰ। ਜ਼ੈਡ ਐਕਸਿਸ ਦੇ ਅਰਾਊਂਡ ਇਹਨੂੰ ਡਰੋ ਕਰਤਾ। ਤੁਸੀਂ ਜਿਹੜੀ ਮਰਜ਼ੀ ਐਕਸ ਨੂੰ, ਜੇ ਇਹਨੂੰ ਜ਼ੈਡ ਐਕਸਿਸ ਦੇ ਰਹੇ ਹੋ ਤਾਂ ਇਹਨੂੰ ਦੇ ਦਿਓ, ਬਟ ਜਿਹੜਾ ਪੀ ਜ਼ੈਡ ਆ ਉਹ ਹਮੇਸ਼ਾ ਜ਼ੈਡ ਐਕਸਿਸ ਦੇ ਅਰਾਊਂਡ ਹੀ ਡਰੋ ਕਰਨਾ ਹੈ। ਇਹ ਨਹੀਂ ਹੈਗਾ ਉਹਨੂੰ ਐਕਸ ਜਾਂ ਵਾਈ ਦੇ ਅਰਾਊਂਡ। ਐਕਸਿਸ ਦਾ ਨੇਮ ਜਿਹੜਾ ਮਰਜ਼ੀ ਦੇ ਦਿਓ, ਬਟ ਜਿਹੜੀ ਐਕਸਿਸ ਹੈਗੀ ਹੈ ਤੁਸੀਂ ਉਹਨੂੰ ਉੱਦਾਂ ਹੀ ਜਿਹੜਾ ਨੇਮ ਹੈ ਉਹ ਅਸਾਈਨ ਕਰਨਾ ਹੈ। ਪੀ ਜ਼ੈਡ ਦਾ ਮਤਲਬ ਵੀ ਜ਼ੈਡ ਐਕਸਿਸ ਦੇ ਅਰਾਊਂਡ ਹੀ ਹੋਣਾ ਚਾਹੀਦਾ ਹੈ। ਪੀ ਵਾਈ ਦਾ ਮਤਲਬ ਵੀ ਵਾਈ ਐਕਸਿਸ ਦੇ ਅਰਾਊਂਡ ਹੀ ਹੋਣਾ ਚਾਹੀਦਾ। ਪੀ ਐਕਸ ਦਾ ਮਤਲਬ ਵੀ ਉਹ ਐਕਸ ਐਕਸਿਸ ਦੇ ਅਰਾਊਂਡ ਹੀ ਹੋਣਾ ਚਾਹੀਦਾ। ਠੀਕ ਹੈ, ਤਾਂ ਇਹਨਾਂ ਲੋਬਸ ਦੇ ਵਿੱਚ ਮੈਂ ਇੱਥੇ ਲਿਖਿਆ ਹੋਇਆ ਸਾਈਡ 'ਤੇ, ਇਲੈਕਟ੍ਰੋਨ ਦੀ ਪ੍ਰੋਬੇਬਿਲਿਟੀ ਫਾਈਂਡਿੰਗ ਮੈਕਸੀਮਮ ਹੁੰਦੀ ਹੈ। ਲੋਬਸ ਜਿਹੜੀਆਂ ਹੈਗੀਆਂ ਸੇਮ ਸਾਈਜ਼ ਦੀਆਂ ਹੁੰਦੀਆਂ। ਲੋਬਸ ਜਿਹੜੀਆਂ ਹੈਗੀਆਂ ਸਿਮੈਟਰੀਕਲ ਆ ਅਰਾਊਂਡ ਦੇਅਰ ਐਕਸਿਸ, ਜਿਹੜੀਆਂ ਵੀ ਉਹਨਾਂ ਦੀਆਂ ਐਕਸਿਸ ਹੈਗੀਆਂ। ਹੁਣ ਇਹਦੇ ਵਿੱਚ ਜਿਹੜਾ ਨੋਡਲ ਪਲੇਨ ਆ ਉਹ ਕਿੱਥੇ ਆ, ਜਿੱਥੇ ਆ ਦੋ ਲੋਬਸ ਜੁਆਇਨ ਕਰਦੀਆਂ ਨੇ। ਠੀਕ ਹੈ, ਲੋਬਸ ਜਿੱਥੇ ਜੁਆਇਨ ਕਰਦੀਆਂ ਨੇ ਇਹ ਨੋਡਲ ਪਲੇਨ ਹੈ ਇਹਦਾ। ਠੀਕ ਹੈ, ਇਹ ਨੋਡਲ ਪਲੇਨ ਹੈ। ਇਸ ਜਿਹੜਾ ਪਲੇਨ ਹੈ ਇਹਦੇ ਵਿੱਚ ਜਿਹੜੀਆਂ ਹੈਗੀਆਂ ਇਲੈਕਟ੍ਰੋਨ ਦੇ ਹੋਣ ਦੀ ਪ੍ਰੋਬੇਬਿਲਿਟੀ ਮਿਨੀਮਮ ਹੈ। ਅਤੇ ਇਹਦੇ ਵਿੱਚ ਨੰਬਰ ਆਫ ਨੋਡਸ ਕਿੰਨੀਆਂ ਹੈਗੀਆਂ, n-2 ਫॉर ਦਾ ਪੀ ਸਬਸ਼ੈਲ। ਠੀਕ ਹੈ, ਫॉर ਪੀ ਸਬਸ਼ੈਲ n-2 ਨੇ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਡੀ ਔਰਬਿਟਲ। ਡੀ ਲਈ L ਦੀ ਵੈਲਿਊ ਲਿਖ ਲਈ, M ਦੀ ਵੈਲਿਊ ਲਿਖ ਲਈ, 5 ਔਰਬਿਟਲਸ ਆ ਗਏ। ਇਹ ਡਬਲ ਡੰਬ ਬੈਲ ਨੇ, ਉਹ ਸਿੰਗਲ ਸੀਗੀਆਂ, ਇਹ ਡਬਲ ਡੰਬ ਬੈਲ ਨੇ। dxy, dyz, dx²y²। ਠੀਕ ਹੈ, ਆਹ ਔਰਬਿਟਲਸ ਦੇ ਨੇਮ ਨੇ, ਜਿਵੇਂ ਪੀ ਐਕਸ, ਪੀ ਵਾਈ, ਪੀ ਜ਼ੈਡ ਸੀ। ਇੱਥੇ ਦੇਖੋ, ਇੱਥੇ ਐਕਸਿਸ ਹੀ ਸਿੰਗਲ ਹੈ, ਇੱਥੇ ਐਕਸਿਸ ਕਿੰਨੀਆਂ, 2 ਆ, ਮੀਨਸ ਦੋਵਾਂ ਦੇ ਅਰਾਊਂਡ ਹੋਊਗੀ। ਤਾਂ ਦੋਵਾਂ ਦੇ ਹੋਊਗੀ ਤਾਂ ਡਬਲ ਡੰਬਲ ਹੋਊਗੀ। dxy, dyz, dzx, dx²y², dz²। ਇਹ 5 ਔਰਬਿਟਲ ਨੇ। ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਅਲੱਗ-ਅਲੱਗ ਸ਼ੇਪਸ ਦੇ ਵਿੱਚ ਨੇ ਇਹ। ਪਹਿਲਾਂ ਆਪਾਂ 3 ਹੈ ਜਿਹੜੇ dxy, dyz, dzx। ਇਹਨਾਂ ਦੀਆਂ ਜਿਹੜੀਆਂ ਲੋਬਸ ਨੇ, ਦੀਜ਼ ਆਰ ਲਾਈਂਗ ਇਨ ਬਿਟਵੀਨ ਦਾ ਐਕਸਿਸ। ਇਹ ਇਨ ਬਿਟਵੀਨ ਦਾ ਐਕਸਿਸ ਲਾਈ ਕਰਦੀਆਂ ਨੇ। ਇਹਨਾਂ ਨੂੰ ਡਰੋ ਕਰਨਾ ਕਿਵੇਂ, ਉਹ ਦੇਖ ਲਓ। ਠੀਕ ਹੈ, ਕਿਵੇਂ ਡਰੋ ਕਰਨਾ ਹੈਗਾ ਹੁਣ ਦੇਖੋ, ਕਿਉਂਕਿ ਔਰਬਿਟਲ 3 ਡਾਇਮੈਂਸ਼ਨਲ ਆ ਤਾਂ ਆਪਾਂ ਨੂੰ 3 ਜਿਹੜੀਆਂ ਹੈਗੀਆਂ ਉਹ ਡਰੋ ਕਰਨੀਆਂ ਹੀ ਪੈਣਗੀਆਂ। ਤਾਂ ਪਹਿਲਾਂ ਆਪਾਂ dxy, ਤਾਂ ਤੁਸੀਂ ਧਿਆਨ ਦੇਣਾ dxy ਹੈ ਮੀਨਸ ਐਕਸ ਅਤੇ ਵਾਈ ਦੋਨੋਂ ਐਕਸਿਸ ਲੈਣੀਆਂ ਨੇ। ਠੀਕ ਹੈ, ਦੋਨੋਂ ਐਕਸਿਸ ਲੈ ਕੇ ਆ ਐਕਸ ਹੋ ਗਈ, ਆ ਵਾਈ ਹੋ ਗਈ, ਇਹਨਾਂ ਦੇ ਵਿਚਕਾਰ ਜਿਹੜੀਆਂ ਲੋਬਸ ਆ ਉਹ ਡਰੋ ਕਰਨੀਆਂ ਇਹਨਾਂ ਦੀਆਂ। ਠੀਕ ਹੈ, ਲੋਬਸ ਜਿਹੜੀਆਂ ਹੈਗੀਆਂ ਸੇਮ ਸਾਈਜ਼ ਦੀਆਂ ਹੋਣੀਆਂ ਚਾਹੀਦੀਆਂ। ਆ ਮੇਰੇ ਤੋਂ ਡਬਲ ਡਰੋ ਹੋ ਗਈ, ਇਹ ਹੋਣੀ ਨਹੀਂ ਚਾਹੀਦੀ, ਛੋਟੀ ਸੀ ਮੈਂ ਤਾਂ ਵੱਡੀ ਕੀਤੀ ਹੈ। ਠੀਕ ਹੈ, ਅਤੇ ਜਿਹੜੀ 3rd ਐਕਸਿਸ ਆ ਉਹਨੂੰ ਇਸ ਤਰ੍ਹਾਂ ਡਰੋ ਕਰ ਦਿਓ।
बाद विच, क्योंकि दोवां दे विचकार तुहानूं ड्रॉ करना ईजी है, ठीक है। तां करके जिहड़ियां इत्थे दित्तियां हुंदियां वो एक्सिस ड्रॉ कर लो, उन्हां दे विचकार इन्हां दीयां लोब्स पा दो, ते थर्ड जिहड़ी दूसरी उस तो बाद पा दो डी एक्स वाई डी वाई जैड, फिर वाई ते जैड, इन्हां दे विचकार इन्हां दीयां लोब्स है, ठीक है। एक्स एक्सिस इस तरीके नाल आ गई, ठीक है। उस तो बाद है हुण अपने कोले डी जैड एक्स, फिर जैड एक्स दोने ड्रॉ कर लियां, आ एक्स एक्सिस है, ई जैड एक्स है, ठीक है। इन्हां दे विचकार जिहड़ियां हैगियां लोब्स है वो ड्रॉ हो जाणगियां, ते जिहड़ी वाई एक्सिस है वो इस तरीके नाल आ गई। बाद विच ड्रॉ करन दा ये फायदा कि तुहानूं पता लग जांदा लोब्स दा एरिया किहड़ा किहड़ा हैगा, अदरवाइज तुसीं फिर ये दिमाग लाउंदे रहिंदे हो। फिर उस तो बाद सीगा अपने कोले डी एक्स स्क्वेयर वाई स्क्वेयर, इहदियां लोब्स है आर अराउंड द एक्सिस, जिमें पी ऑर्बिटल दियां ने, ठीक है। इहदियां दोनों हुण इत्थे भी एक्स वाई दे अराउंड ही होणगियां, जिहड़ियां एक्सिस इत्थे आ उन्हां दे अराउंड ही है, उही दोनों ड्रॉ कर लो, एक्स कर ली वाई कर ली, ये तो जैड भी करनी है तो जैड भी कर लो नाल, क्योंकि ये अराउंड द एक्सिस ने, ठीक है। उस तो बाद आ गया डी जैड स्क्वेयर, डी जैड स्क्वेयर की है हुण इत्थे एक एक्सिस है, मीनस ये जैड दे अराउंड होऊगा, ठीक है। इट वुड बी अराउंड द जैड एक्सिस ओनली, जैड एक्सिस तो सिंगल लोब एक है तो सिंगल लोब आ गई, ठीक है। एक्स जैड वाई एंड हेयर इज़ द रिंग इन बिटवीन, ये की है अपने को रिंग है एंड रिंग इज़ लाइंग इन एक्स वाई प्लेन, ये इंपॉर्टेंट है, कई बार पूछ लेंगे कि रिंग किहड़े प्लेन च है, रिंग एक्स वाई प्लेन च, तो रिंग दे विच भी इलैक्ट्रॉन के होने की प्रोबेबिलिटी मैक्सीमम है, ठीक है। तो पहले तिन्नां दी शेप इक्को वर्गी है कि इन्हां दियां जिहड़ियां हैगियां लोब्स आ वो की ने इन बिटवीन द एक्सिस ने, इहदियां लोब्स अराउंड द एक्सिस ने, इहदे विच सिंगल लोब है, ठीक है, इदां सिंगल डंबल है, तो इहदे विच की अपने कोल इलैक्ट्रॉन डेंसिटी हाई हुंदी है एक्सिस दे विच, रिंग दे विच, ठीक है। So these are the shapes of orbitals and you have to go through this, and next is electronic configuration that we will discuss in next video.